ਓੰਕਾਰ सतनाम करता पुरख निरभउ निर्वैर अकाल मूरत अजूनी साहिबं गुर प्रसाद। जुगो जुग अटल चवर छत्र तखत दे मालिक साहिब श्री गुरु ग्रंथ साहिब जी महाराज जी दी कलगीधर पातशाह साहिब श्री गुरु गोबिंद सिंह जी महाराज जी की हजूरी अंदर हाज़री लवाउंदियां होइयां गुरफतेह प्रवान करो जी। वाहिगुरू जी का खालसा वाहिगुरू जी की फतेह। अज खालसा दे साजना दिवसां नूं मुख रखदियां होइयां जो आप जी दे नाल विषय दे उत्ते विचारां करनियां ने, धन गुरु नानक देव जी महाराज जी दे समय तो मारिया सिक्का जगत विच नानक निर्मल पंथ चलाया तो लै करके खालसा दे सज्जना दिवसां तक दा जो संदर्भ दे विच गुरु पातशाह ने जो प्रकरण उलीकिया, जो सिद्धांतक तौर दे उत्ते सिखिज़म नूं देना कीते, उन्हां दे उत्ते विचार करनी है। धन गुरु नानक देव जी महाराज जी ने जिस समय सिख धर्म की शुरुआत की, भाई साहब भाई गुरदास जी के कथन अनुसार मारिया सिक्का जगत विच नानक निर्मल पंथ चलाया दे महावाकां अनुसार गुरुदेव पातशाह ने संसार दे अंदर जिस समय चार उदासियां धारण करके वख-वख इलाकिਆਂ ਦੇ ਵਿੱਚ गए, वख-वख धर्मां ਦੇ धार्मिक आगूआं ਦੇ ਕੋਲ गए, धार्मिक आगूआं ਦੇ ਕੋਲ ਜਾ ਕੇ ਉਹਨਾਂ ਦੇ ਨਾਲ ਵਿਚਾਰ ਚਰਚਾਵਾਂ ਕੀਤੀਆਂ। बेशक ਉਹ ਵਿਚਾਰ ਚਰਚਾਵਾਂ ਦੇ ਵਿੱਚ ਜਦੋਂ ਗੱਲ ਆਉਂਦੀ ਹੈ ਉੱਥੇ ਸਿੱਧਾਂ ਨੂੰ ਵੀ ਮਿਲੇ, ਜੋਗੀਆਂ ਨੂੰ ਵੀ ਮਿਲੇ, ਉੱਥੇ ਕਾਜ਼ੀਆਂ ਨੂੰ ਮਿਲੇ, ਮੁਲਾਣਿਆਂ ਨੂੰ ਵੀ ਮਿਲੇ, ਉੱਥੇ ਹਾਜੀਆਂ ਨੂੰ ਵੀ ਮਿਲੇ, ਨਾਲੇ ਪੰਡਤ ਸਾਰਿਆਂ ਨੂੰ ਵਿਦਵਾਨ ਪੁਰਖਾਂ ਨੂੰ ਮਿਲਿਆ। ਤੇ ਉਹਨਾਂ ਵਿਦਵਾਨ ਪੁਰਖਾਂ ਦੇ ਨਾਲ ਜਦੋਂ ਮਿਲਾਪ ਹੋਇਆ ਤੇ ਜਦੋਂ ਸਿੱਧਾਂ ਨੇ ਵੀ ਸਵਾਲ ਕੀਤਾ ਸੀ ਕਿ ਤੁਸੀਂ ਯੋਗ ਧਾਰਨ ਕਾਹਦੇ ਵਾਸਤੇ ਕੀਤਾ ਹੈ ਜਾਂ ਉਦਾਸੀ ਕਾਹਦੇ ਵਾਸਤੇ ਉਦਾਸੀ ਹੋ ਕੇ ਜੰਗਲਾਂ 'ਚ ਤੁਰੇ ਫਿਰਦੇ ਪਏ ਹੋ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਸਮੇਂ ਇੱਕ ਗੱਲ ਆਖੀ ਸੀ। ਸਾਹਿਬਾਂ ਨੇ ਆਖਿਆ ਗੁਰਮੁਖ ਖੋਜਤ ਭਏ ਉਦਾਸੀ, ਕਿ ਅਸੀਂ ਗੁਰਮੁਖਾਂ ਦੀ ਖੋਜ ਕਰਨ ਦੇ ਵਾਸਤੇ ਉਦਾਸ ਧਾਰਨ ਕਰਕੇ ਵੱਖ-ਵੱਖ ਥਾਵਾਂ ਦੇ ਉੱਤੇ ਗੁਰਮੁਖਾਂ ਦੀ ਖੋਜ ਕਰਨ ਵਾਸਤੇ ਨਿਕਲੇ ਹਾਂ। ਹੁਣ ਉਹ ਗੁਰਮੁਖ ਕਿਹੜੇ ਸਨ? ਉਹਨਾਂ ਦੇ ਵਿੱਚ ਭਗਤ ਕਬੀਰ ਜੀ ਵਰਗੇ, ਭਗਤ ਰਵਿਦਾਸ ਜੀ ਵਰਗੇ, ਭਗਤ ਸਧਨਾ ਜੀ ਵਰਗੇ, ਸੈਣ ਜੀ ਵਰਗੇ ਮਹਾਂਪੁਰਖਾਂ ਦੀ ਬਾਣੀ ਗੁਰੂਦੇਵ ਪਾਤਸ਼ਾਹ ਨੇ ਇਕੱਤਰਤ ਕੀਤੀ। ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਜਿਹੜਾ ਸੰਸਾਰਿਕ ਤੌਰ ਦੇ ਉੱਤੇ ਸਿੱਖ ਧਰਮ ਨੂੰ ਪੱਧਰ ਦੇਣ ਵਾਸਤੇ ਜੋ ਸਿਧਾਂਤਕ ਤੌਰ ਦੇ ਉੱਤੇ ਸ਼ੁਰੂਆਤ ਕੀਤੀ, ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਬੇਸ਼ੱਕ ਸੰਗਤਾਂ ਕਾਇਮ ਕੀਤੀਆਂ ਸਨ, ਬੇਸ਼ੱਕ ਉੱਥੇ ਸੰਗਤਾਂ ਨੂੰ ਜਾ ਕੇ ਉਪਦੇਸ਼ ਦਿੱਤੇ ਸਨ, ਲੇਕਿਨ ਸਭ ਤੋਂ ਮੁੱਖ ਤੌਰ ਦੇ ਉੱਤੇ ਜਦੋਂ ਪ੍ਰਕਰਣ ਚੱਲਿਆ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਰਤਾਰਪੁਰ ਦੀ ਧਰਤੀ ਜੋ ਅੱਜ ਕੱਲ੍ਹ ਪਾਕਿਸਤਾਨ ਦੀ ਧਰਤੀ ਦੇ ਉੱਤੇ ਮੌਜੂਦ ਹੈ, ਇਸ ਧਰਤੀ ਦੇ ਉੱਤੇ ਜਿਹੜਾ ਅਖੀਰਲੇ ਸਮੇਂ ਦੇ ਦੌਰਾਨ ਗੁਰਦੇਵ ਪਾਤਸ਼ਾਹ ਨੇ ਸਭ ਤੋਂ ਪਹਿਲੀ ਧਰਮਸ਼ਾਲਾ ਇੱਥੇ ਆਪਣੇ ਮੌਜੂਦਾ ਸਮੇਂ ਦੇ ਵਿੱਚ ਨਗਰ ਵਸਾ ਕਰਕੇ ਤੇ ਧਰਮਸ਼ਾਲਾ ਕਾਇਮ ਕੀਤੀ। ਜਦੋਂ ਧਰਮਸ਼ਾਲਾ ਕਾਇਮ ਕੀਤੀ ਤੇ ਇਸ ਧਰਮਸ਼ਾਲਾ ਦੇ ਦੌਰਾਨ ਸਾਹਿਬਾਂ ਨੇ ਜੋ ਮੁੱਖ ਤੌਰ ਦੇ ਉੱਤੇ ਦੋ ਪ੍ਰਕਰਣ ਸਿਧਾਂਤਕ ਤੌਰ ਦੇ ਉੱਤੇ ਸਾਹਿਬਾਂ ਨੇ ਦਿੱਤੇ, ਉਹਨਾਂ ਵਿੱਚ ਪਹਿਲਾ ਜਿਹੜਾ ਸੰਦਰਭ ਸੀ ਉਹ ਸੀ ਸੰਗਤ ਦਾ ਤੇ ਦੂਸਰਾ ਸੀ ਪੰਗਤ ਦਾ। ਸੰਸਾਰਿਕ ਤੌਰ ਦੇ ਉੱਤੇ ਧਰਮਸ਼ਾਲਾ ਦੇ ਵਿੱਚ ਆਣ ਕੇ ਸਾਹਿਬਾਂ ਨੇ ਸਭ ਤੋਂ ਪਹਿਲਾਂ ਜਦੋਂ ਸੰਗਤ ਦੀ ਗੱਲ ਕੀਤੀ ਸੀ ਤੇ ਸੰਗਤ ਦੇ ਵਿੱਚ ਆਣ ਕੇ ਸਿੱਖਾਂ ਦੇ ਵਿੱਚ ਜਿਹੜਾ ਵੀ ਗੁਰੂ ਦੇ ਦਰ ਦੇ ਉੱਤੇ ਆਵੇਗਾ ਊਚ ਨੀਚ ਜਾਤ ਪਾਤ ਭਿੰਨ ਭੇਦ ਮਿਟਾ ਕਰਕੇ ਸਤਸੰਗਤ ਦੀ ਵਿੱਚ ਆਣ ਕੇ ਬੈਠੇਗਾ। ਤੇ ਜਦੋਂ ਸਤਸੰਗਤ ਦੀ ਗੱਲ ਕਰਤੀ ਸਾਹਿਬਾਂ ਨੇ ਕੋਲੋਂ ਪੁੱਛ ਕਰਦਿਆਂ ਸੱਚੇ ਪਾਤਸ਼ਾਹ ਜੀ ਸਤਸੰਗਤ ਕੈਸੀ ਜਾਣੀ ਹੈ ਤੇ ਸਾਹਿਬਾਂ ਨੇ ਨਾਲ ਜਵਾਬ ਦੇ ਦਿੱਤਾ ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੇ ਇੱਕ ਪਰਮਾਤਮਾ ਦੇ ਦਰ ਘਰ ਦੀ ਗੱਲ ਹੁੰਦੀ ਹੋਵੇ ਤੇ ਜਦੋਂ ਇੱਕ ਦੀ ਗੱਲ ਹੋਏ ਇੱਕੋ ਨਾਮ ਹੁਕਮ ਹੈ ਨਾਨਕ ਸੱਚ ਕਰ ਦਿਆ ਬੁਝਾਏ ਜੀਓ। ਗੁਰਦੇਵ ਪਾਤਸ਼ਾਹ ਨੇ ਇੱਥੇ ਸੰਗਤ ਦਾ ਪ੍ਰਕਰਣ ਪ੍ਰਾਰੰਭ ਕੀਤਾ, ਜਿਹਦੇ ਵਿੱਚ ਉਸ ਸਮੇਂ ਦੇ ਦੌਰਾਨ ਬਹੁਤ ਵੱਡੀ ਉਪਲਬਧੀ ਸੀ, ਕਿਉਂਕਿ ਦੂਸਰੇ ਕਿਸੇ ਵੀ ਧਰਮ ਦੇ ਵਿੱਚ ਸੰਗਤ ਦਾ ਅਜੇ ਤੱਕ ਕਨਸੈਪਟ ਚਾਲੂ ਨਹੀਂ ਸੀ ਹੋਇਆ। ਹਰੇਕ ਧਰਮ ਦੇ ਵਿੱਚ ਉੱਚੀਆਂ ਨੀਵੀਆਂ ਜਾਤਾਂ ਦੇ ਵਿੱਚ
ਜਾਂ ਔਰਤ ਤੇ ਮਰਦ ਦੇ ਵਿੱਚ ਫਰਕ ਕੀਤਾ ਜਾਂਦਾ ਸੀ, ਜਾਂ ਜੋਗੀ ਲੋਕਾਂ ਨੇ ਘਰ-ਬਾਰ ਛੱਡ ਕੇ ਜੰਗਲਾਂ ਉਦਾਸੀਆਂ ਦੇ ਵਿੱਚ ਉਦਾਸ ਧਾਰਨ ਕੀਤੇ ਸੀ, ਸੰਨਿਆਸੀਆਂ ਨੇ ਉਦਾਸ ਧਾਰਨ ਕੀਤੇ ਸੀ। ਲੇਕਿਨ ਸੰਗਤੀ ਤੌਰ ਦੇ ਉੱਤੇ ਕਿਸੇ ਨੇ ਵੀ ਉਪਦੇਸ਼ ਦੇਣ ਦਾ ਅੱਜ ਤੱਕ ਹੀਆ ਨਹੀਂ ਸੀ ਕੀਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਪ੍ਰਕਰਣ, ਸਭ ਤੋਂ ਪਹਿਲਾ ਪ੍ਰਕਰਣ ਕਰਤਾਰਪੁਰ ਦੀ ਧਰਤੀ ਦੇ ਉੱਤੇ ਆਪ ਸੰਗਤ ਕਾਇਮ ਕੀਤੀ, ਧਰਮਸ਼ਾਲਾ ਦਾ ਪਹਿਲਾ ਪ੍ਰਕਰਣ ਸ਼ੁਰੂ ਕੀਤਾ। ਉਹਦੇ ਨਾਲ ਨਾਲ ਜਿਵੇਂ ਆਤਮਿਕ ਤੌਰ ਤੇ ਤ੍ਰਿਪਤੀ ਦੇ ਲਈ ਸੰਗਤ ਸੀ ਤੇ ਸਰੀਰਕ ਤ੍ਰਿਪਤੀ ਦੇ ਲਈ ਲੰਗਰ ਸੀ, ਪੰਗਤ ਦੇ ਰੂਪ ਦੇ ਸ਼ੁਰੂਆਤ ਕੀਤੀ। ਹੁਣ ਜਿਹੜੀ ਸੰਗਤ ਆਉਂਦੀ ਸੀ ਉਹਨਾਂ ਦੇ ਵਿੱਚ ਜਾਤ ਪਾਤ ਭਿੰਨ ਭੇਦ ਊਚ ਨੀਚ ਖਤਮ ਕਰਨ, ਕਿਉਂਕਿ ਉਹ ਜਿਹੜਾ ਸੀ ਬਹੁਤ ਵੱਡੇ ਤੌਰ ਦੇ ਉੱਤੇ ਪਾੜਾ ਸੀ, ਤੇ ਉਸ ਪਾੜੇ ਨੂੰ ਖਤਮ ਕਰਨ ਦੇ ਵਾਸਤੇ ਸਾਹਿਬਾਂ ਨੇ ਨਾਲ ਪੰਗਤ ਦੀ ਸ਼ੁਰੂਆਤ ਕੀਤੀ। ਇੱਥੇ ਪੰਗਤ ਦੇ ਵਿੱਚ ਬੈਠ ਕੇ ਉੱਚੇ ਨੀਵੀਆਂ ਜਾਤਾਂ ਛੱਡ ਕੇ ਸੰਗਤ ਤੇ ਪੰਗਤ ਦਾ ਇਹ ਪ੍ਰਕਰਣ 2 ਸ਼ੁਰੂਆਤ ਕੀਤੇ। ਨਾਲ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ 3 ਜਿਹੜੇ ਸੰਦਰਭ ਨਾਲ ਹੋਰ ਦਿੱਤੇ, ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। 5 ਪ੍ਰਕਰਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿੱਖ ਧਰਮ ਦੀ ਸ਼ੁਰੂਆਤ ਦੇ ਤੌਰ ਦੇ ਉੱਤੇ ਦੇ ਦਿੱਤੇ। ਜਦੋਂ ਇਹਨਾਂ 5 ਪ੍ਰਕਰਣਾਂ ਨੂੰ ਚਲਾਉਂਦਿਆਂ ਹੋਇਆਂ, ਇਹ ਨਹੀਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਹੜੇ ਸੰਦਰਭ ਦੇ ਵਿੱਚ ਸੰਕਲਪ ਦਿੱਤੇ ਉਹ ਕਿਸੇ ਦੂਸਰੇ ਗੁਰੂ ਨੇ ਨਹੀਂ ਮੰਨੇ, ਬਲਕਿ ਉਹਨਾਂ ਨੂੰ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ। ਸਮਾਂ ਆਇਆ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਏ ਹੋਏ ਪੂਰਨਿਆਂ ਨੂੰ ਅੱਗੇ ਤੋਰਦਿਆਂ ਹੋਇਆਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਸੰਗਤ ਤੇ ਪੰਗਤ ਦਾ ਪ੍ਰਕਰਣ ਉਵੇਂ ਦਾ ਉਵੇਂ ਹੀ ਨਹੀਂ, ਬਲਕਿ ਮਾਤਾ ਖੀਵੀ ਜੀ ਨੂੰ ਸੰਗਤ ਜੋ ਕਿ ਲੰਗਰ ਦਾ ਪ੍ਰਕਰਣ ਅੱਗੇ ਤੋਰਦਿਆਂ ਹੋਇਆਂ ਉੱਥੇ ਲੰਗਰ ਵੀ ਵਧੀਆ ਕਿਸਮ ਦਾ ਲੰਗਰ ਰਸ ਅੰਮ੍ਰਿਤ ਖੀਰ ਘਿਆਲੀ ਦੇ ਰੂਪ ਦੇ ਅੰਦਰ ਸੰਗਤ ਦੇ ਵਿੱਚ ਵਰਤਿਆ ਜਾਣ ਲੱਗਾ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਜਿਸ ਸਮੇਂ ਖਡੂਰ ਦੀ ਧਰਤੀ ਦੇ ਉੱਤੇ ਲੰਗਰ ਤੇ ਪੰਗਤ ਦੀ ਸੰਗਤ ਤੇ ਪੰਗਤ ਦੀ ਗੱਲ ਕੀਤੀ ਸੀ, ਲੇਕਿਨ ਉੱਥੇ ਉਹਨਾਂ ਨੇ 2 ਪ੍ਰਕਰਣ ਹੋਰ ਨਾਲ ਜੋੜੇ। ਸੰਗਤ ਦੇ ਵਿੱਚ ਜਿਹੜਾ ਆਉਂਦਾ ਸੀ ਉਹਦੇ ਨਾਲ ਨਾਲ ਸਾਹਿਬਾਂ ਨੇ ਆਪਣੇ ਗੁਰਸਿੱਖਾਂ ਦੇ ਵਾਸਤੇ ਜੋ ਕਿ ਮੱਲ ਅਖਾੜੇ ਵੀ ਨਾਲ ਤਿਆਰ ਕੀਤੇ। ਮੱਲ ਅਖਾੜਿਆਂ ਤੋਂ ਭਾਵ ਹੈ ਜਿਸ ਦੇ ਵਿੱਚ ਗੁਰਸਿੱਖ ਆਪਸ ਦੇ ਤੌਰ ਦੇ ਉੱਤੇ ਸਿੱਖ ਸਰੀਰਕ ਤੌਰ ਦੇ ਉੱਤੇ ਮਜ਼ਬੂਤ ਹੋਣ। ਇਕੱਲਾ ਇਹ ਨਹੀਂ ਕਿ ਲੰਗਰ ਛਕਣਾ ਤੇ ਰੱਬ ਕਰਨਾ ਤੇ ਗੱਲ ਖਤਮ, ਕਿਉਂਕਿ ਦੂਜੇ ਧਰਮਾਂ 'ਚ ਇੱਥੋਂ ਤੱਕ ਹੋ ਜਾਂਦਾ ਸੀ ਮੰਗ ਕੇ ਵੀ ਖਾ ਲੈਣਾ ਔਰ ਦੂਸਰੇ ਤੱਕ ਨਾਮ ਜਪਣ ਤੱਕ ਸੀਮਤ ਸੀ। ਉਹਨਾਂ ਜੋਗੀਆਂ ਨੇ ਆਖਿਆ ਸੀ ਕਿ ਅਸੀਂ ਕੰਦ ਮੂਲ ਆਹਾਰੋ ਖਾਈਏ, ਉਦੋਂ ਬੋਲੇ ਗਿਆਨੀ ਅਸੀਂ ਮੂਲੀਆਂ ਗਾਜਰਾਂ ਖਾ ਕੇ ਗੁਜ਼ਾਰਾ ਕਰ ਲੈਂਦੇ ਹਾਂ। ਲੇਕਿਨ ਗੁਰੂ ਨਾਨਕ ਸਾਹਿਬ ਨੇ ਆਖਿਆ ਕਿ ਨਹੀਂ, ਇਸ ਕੰਸੈਪਟ ਦੇ ਅੰਦਰ ਅਸੀਂ ਉਸ ਤੋਂ ਅੱਗੇ ਜਾਣਾ ਹੈ, ਤੇ ਉਸ ਤੋਂ ਅੱਗੇ ਜਾਣ ਵਾਸਤੇ ਤੁਹਾਡਾ ਸਰੀਰਕ ਪੱਖ ਦੇ ਉੱਤੋਂ ਵੀ ਤੁਸੀਂ ਮਜ਼ਬੂਤ ਹੋਣੇ ਚਾਹੀਦਾ ਹੈ। ਤੇ ਉਹਦੇ ਨਾਲ ਸਾਹਿਬਾਂ ਨੇ ਮੱਲ ਅਖਾੜਿਆਂ ਦੀ ਹੋਂਦ ਦਿੱਤੀ। ਮੱਲ ਅਖਾੜਿਆਂ ਦੇ ਨਾਲ ਇਕੱਲਾ ਹੁਣ ਇੱਥੇ ਸਰੀਰਕ ਤੌਰ ਦੇ ਉੱਤੇ ਬਲਵਾਨ ਨਹੀਂ, ਬਲਕਿ ਨਾਲ ਸਾਹਿਬਾਂ ਨੇ ਐਜੂਕੇਸ਼ਨ ਦੇ ਰੂਪ ਦੇ ਅੰਦਰ ਸਾਹਿਬਾਂ ਨੇ ਗੁਰਸਿੱਖ ਬੱਚਿਆਂ ਨੂੰ ਪੜ੍ਹਾਉਣ ਦੀ ਸ਼ੁਰੂਆਤ ਕੀਤੀ। ਐਜੂਕੇਸ਼ਨ ਦਾ ਜਿੱਥੇ ਧਰਮਸ਼ਾਲਾ ਦੇ ਅੰਦਰ ਗੁਰਦੁਆਰਿਆਂ ਦੇ ਅੰਦਰ ਐਜੂਕੇਸ਼ਨ ਦਾ ਸੰਕਲਪ ਵੀ ਨਾਲ ਦਿੱਤਾ ਕਿ ਜਿਹੜੇ ਮੇਰੇ ਗੁਰਸਿੱਖ ਹੋਣ ਉਹ ਐਜੂਕੇਸ਼ਨ ਦੇ ਵਿੱਚ ਪੂਰਨ ਤੌਰ ਦੇ ਉੱਤੇ ਪੜ੍ਹਾਈ ਦੇ ਵਿੱਚ ਪਰਪੱਕ ਹੋਣ। ਇਕੱਲਾ ਇਹ ਨਹੀਂ ਕਿ ਉਹ ਇਕੱਲਾ ਲੰਗਰ ਦੇ ਚੋਂ ਪ੍ਰਸ਼ਾਦਾ ਛਕ ਲਿਆ ਜਾਂ ਉੱਥੇ ਤੱਕ ਸੀਮਤ ਨਹੀਂ ਰਹਿ ਜਾਣਗੇ, ਉਹਨਾਂ ਨੂੰ ਪੜ੍ਹਾਈ ਦੇ ਪੱਖੋਂ ਹਰ ਪੱਖ ਦੇ ਵਿੱਚ ਉਹ ਮਜ਼ਬੂਤ ਹੋਣ। ਕਿਉਂਕਿ ਦੇਖੋ ਪੰਜਾਬੀ ਭਾਸ਼ਾ ਦੇ ਅੰਦਰ 27 ਉਪ ਬੋਲੀਆਂ, ਗੁਰਮੁਖੀ ਲਿਪੀ ਦੀ ਹੋਂਦ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਗੁਰਮੁਖੀ ਲਿਪੀ ਦੀ ਕਰਕੇ ਉਹਦੇ ਵਿੱਚ 27 ਉਪ ਬੋਲੀਆਂ ਪੰਜਾਬੀ ਭਾਸ਼ਾ ਦੀਆਂ ਹੀ ਆਉਂਦੀਆਂ ਨੇ, ਗੁਰਮੁਖੀ ਲਿਪੀ ਦੀਆਂ ਹੀ ਆਉਂਦੀਆਂ ਨੇ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ 68 ਲੈਂਗੁਏਜ ਆਉਂਦੀਆਂ ਨੇ, 68 ਭਾਸ਼ਾਵਾਂ ਦਾ ਸੁਮੇਲ ਹੈ। ਤੇ ਉਹ 68 ਭਾਸ਼ਾਵਾਂ ਬਣਾਉਣ ਵਾਸਤੇ, ਸਿਖਾਉਣ ਵਾਸਤੇ, ਸਿੱਖਾਂ ਨੂੰ ਪ੍ਰਕਰਣ ਦੇ ਤੌਰ ਦੇ ਉੱਤੇ ਹਰ ਪੱਖ ਦੇ ਉੱਤੇ ਮਜ਼ਬੂਤ ਕਰਨ ਵਾਸਤੇ ਗੁਰੂ ਪਾਤਸ਼ਾਹ ਨੇ ਇਹ ਪ੍ਰਕਰਣ ਅੱਗੇ ਤੋਂ ਅੱਗੇ ਤੋਰੇ। ਹੁਣ ਇੱਥੇ ਨਹੀਂ, ਬਲਕਿ ਕਿਉਂਕਿ ਹੁਣ ਖਾਲਸੇ ਤੱਕ ਅਸੀਂ ਜਾਣਾ ਹੈ, ਇਕੱਲਾ ਸਿੱਖ ਦੀ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਜਾਣਾ ਹੈ। ਹੁਣ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਜਿਸ ਸਮੇਂ ਸਮਾਂ ਆਇਆ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇਹ ਪ੍ਰਕਰਣ ਨਾਲ ਦੇ ਨਾਲ ਚੱਲੇ। ਜਿਵੇਂ ਅਸੀਂ ਪਿੱਛੇ ਪ੍ਰਕਰਣ ਸਾਰੇ ਕੀਤੇ ਨੇ ਉਸੇ ਤਰੀਕੇ ਨਾਲ ਅੱਗੇ ਚੱਲੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਉੱਥੇ ਇੱਕ ਸਭ ਤੋਂ ਜਿਹੜਾ ਪਹਿਲਾ ਪ੍ਰਕਰਣ ਕੀਤਾ ਸੀ ਗੁਰਦੁਆਰਾ ਸਾਹਿਬ ਵਿਖੇ ਬੌਲੀ ਬਣਾਉਣ ਦੀ।
ਬੌਲੀ ਬਣਾਉਣ ਦੀ ਸ਼ੁਰੂਆਤ ਕੀਤੀ, ਕਿਉਂਕਿ ਉਸ ਸਮੇਂ ਖੂਹ ਤਾਂ ਉੱਥੇ ਹੈਗੇ ਸਨ ਨਗਰ ਦੇ ਵਿੱਚ। ਇਹ ਨਹੀਂ ਸੀ ਕਿ ਪਾਣੀ ਦੀ ਲੋੜ ਨੂੰ ਪੂਰੀਆਂ ਕਰਨ ਵਾਸਤੇ, ਕਿਉਂਕਿ ਖੂਹ ਉੱਚੀਆਂ ਨੀਵੀਆਂ ਜਾਤਾਂ ਦੇ ਖੂਹ ਸਨ ਤੇ ਉਹ ਖੂਹਾਂ ਦੇ ਉੱਤੇ ਕਈ ਵਾਰੀ ਪਾਣੀ ਵੀ ਨਹੀਂ ਸੀ ਭਰਨ ਦਿੱਤਾ ਜਾਂਦਾ। ਲੇਕਿਨ ਸਾਹਿਬਾਂ ਨੇ ਉਹ ਉੱਚੀਆਂ ਨੀਵੀਆਂ ਜਾਤਾਂ ਨੂੰ ਇੱਕ ਥਾਂ ਖੜੇ ਕਰਨ ਦੇ ਵਾਸਤੇ ਸਾਹਿਬਾਂ ਨੇ ਉੱਥੇ ਬੌਲੀ ਤਿਆਰ ਕਰਵਾਈ। ਉੱਥੇ ਬੌਲੀ ਤਿਆਰ ਜਿਸ ਸਮੇਂ ਕਰਵਾਈ, ਪੁਰਾਤਨ ਜਾਂ ਪੁਰਾਣੇ ਇਤਿਹਾਸਕ ਸਰੋਤਾਂ ਦੇ ਅੰਦਰ ਜ਼ਿਕਰ ਜਿਹੜਾ ਆਉਂਦਾ ਹੈ, ਉੱਥੇ ਇਹ ਗੱਲ ਆਉਂਦਾ ਕਿ ਜਿਸ ਸਮੇਂ ਇਹ ਬੌਲੀ ਤਿਆਰ ਕਰਵਾਈ, ਬੌਲੀ ਤਿਆਰ ਕਰਵਾ ਕੇ ਸਾਹਿਬਾਂ ਨੇ ਆਖਿਆ ਕਿ ਜਿਹੜਾ ਜਪਜੀ ਸਾਹਿਬ ਦਾ ਇੱਕ ਇੱਕ ਪੌੜੀ ਦੇ ਉੱਤੇ ਪਾਠ ਕਰਕੇ ਇਸ਼ਨਾਨ ਕਰੇਗਾ ਉਹਦੀ 84 ਕੱਟੀ ਜਾਊਗੀ। ਬੇਸ਼ੱਕ ਉਹ ਕਨਸੈਪਟ ਅਲੱਗ ਹੈ, ਲੇਕਿਨ ਗੁਰਮਤਿ ਦੇ ਅਨੁਸਾਰ ਸਾਹਿਬਾਂ ਨੇ ਇਸ ਉਹਨਾਂ ਨੂੰ ਲੋਕਾਂ ਨੂੰ ਇਸ ਪਾਸੇ ਲਾਇਆ ਸੀ ਕਿ ਸ਼ਾਇਦ 84 ਦੇ ਜਿਹੜਾ ਮਨ ਦੇ ਅੰਦਰ ਡਰ ਹੈ ਉਸ ਤੋਂ ਦੂਰ ਕਰਨ ਵਾਸਤੇ, ਜਾਂ ਲੋਕਾਂ ਦੇ ਮਨਾਂ ਦੇ ਅੰਦਰ ਜਿਹੜੇ ਵਹਿਮ ਪਏ ਹੋਏ ਆ ਉੱਚੀਆਂ ਨੀਵੀਆਂ ਜਾਤਾਂ ਦੇ ਕਰਕੇ, ਉਹ ਇੱਥੋਂ ਖਤਮ ਹੋਣਗੇ। ਉਸ ਕਨਸੈਪਟ ਨੂੰ ਉਹ ਪੂਰਨ ਤੌਰ ਦੇ ਉੱਤੇ ਖਤਮ ਕਰਨ ਵਾਸਤੇ ਬੌਲੀ ਤਿਆਰ ਕਰਵਾਈ, ਉੱਥੇ ਇਸ਼ਨਾਨ ਕਰਨ ਵਾਸਤੇ ਲੋਕਾਂ ਨੂੰ ਪ੍ਰੇਰਿਤ ਕੀਤਾ। ਤੇ ਜਿੱਥੇ ਸੰਗਤ ਦੇ ਵਿੱਚ ਆਣ ਕੇ, ਸੰਗਤ ਦੇ ਵਿੱਚ ਉੱਚੀਆਂ ਨੀਵੀਆਂ ਦੇ ਆਣ ਕੇ ਬੈਠਦੇ ਸਨ, ਤੇ ਉਹਦੇ ਨਾਲ ਨਾਲ ਸਾਹਿਬਾਂ ਨੇ ਉੱਥੇ ਇੱਕ ਪ੍ਰਕਰਣ ਐਸਾ ਕੀਤਾ ਕਿ ਜਿਵੇਂ ਕਈ ਲੋਕ ਸਨ, ਕਈ ਉੱਚੀਆਂ ਜਾਤਾਂ ਵਾਲੇ ਕੀ ਕਰਦੇ, ਸੰਗਤ ਦੇ ਵਿੱਚ ਤੇ ਆਣ ਕੇ ਬੈਠ ਜਾਂਦੇ ਸਨ, ਲੇਕਿਨ ਪੰਗਤ ਦੇ ਵਿੱਚ ਜਦੋਂ ਲੰਗਰ 'ਚ ਬਹਿ ਕੇ, ਪੰਗਤ 'ਚ ਬਹਿ ਕੇ ਛਕਣ ਦੀ ਗੱਲ ਆਉਂਦੀ ਸੀ ਨਾ, ਉਦੋਂ ਉਹ ਕੰਨੀ ਕਤਰਾ ਜਾਂਦੇ ਸਨ। ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਉਸ ਸਮੇਂ ਤਖਤੀ ਦੇ ਉੱਤੇ ਲਿਖਵਾ ਕੇ ਲਗਵਾ ਦਿੱਤਾ ਕਿ ਪਹਿਲੇ ਪੰਗਤ ਪਾਛੈ ਸੰਗਤ, ਕਿ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਭੋਜਨ ਪ੍ਰਸ਼ਾਦਾ ਛਕੋ, ਫਿਰ ਸੰਗਤ ਦੇ ਵਿੱਚ ਹਾਜ਼ਰੀ ਭਰੋ। ਤੇ ਉਸ ਹਿਸਾਬ ਦੇ ਨਾਲ ਸੰਗਤਾਂ ਨੂੰ ਇਸ ਤਰੀਕੇ ਦੇ ਨਾਲ ਗੁਰਮਤਿ ਦੇ ਨਾਲ ਜੋੜਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ, ਤਾਂ ਕਿ ਲੋਕਾਂ ਦੇ ਮਨਾਂ ਦੇ ਅੰਦਰ ਗੁਰੂ ਦੇ ਪ੍ਰਤੀ ਜਿਹੜੇ ਸਿਧਾਂਤ ਦਿੱਤੇ ਨੇ ਉਹ ਕਰੜੇ ਤੌਰ ਦੇ ਉੱਤੇ ਹੋ ਕੇ ਮੰਨਣ, ਤਾਂ ਕਿ ਜਾਤ ਪਾਤ, ਊਚ ਨੀਚ, ਭਿੰਨ ਭੇਦ, ਛੂਤ ਛਾਤ ਉਹ ਖਤਮ ਹੋ ਸਕੇ। ਇਸਤਰੀ ਤੇ ਮਰਦ ਦਾ ਜਿਹੜਾ ਆਪਸ ਦੇ ਵਿੱਚ ਜੋ ਆਪਸ ਦੇ ਵਿੱਚ ਤਕਰਾਰਬਾਜ਼ੀ ਹੈ ਜਾਂ ਆਪਸ ਦੇ ਵਿੱਚ ਵੱਖਵਾਦੀ ਹੈ, ਉਹ ਖਤਮ ਹੋ ਸਕੇ। ਸਾਹਿਬਾਂ ਨੇ ਇਹਦੇ ਨਾਲ ਨਾਲ ਇੱਥੇ ਇੱਕ ਕੱਲੀ ਬੌਲੀ ਦਾ ਸੰਕਲਪ ਨਹੀਂ ਲਿਆ, ਨਾਲ ਹੀ ਇੱਥੇ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇੱਥੇ ਪਰਦੇ ਦੀ ਪ੍ਰਥਾ ਜੋ ਕਿ ਖਤਮ ਕਰਨ ਦੀ ਹੁਕਮ ਕੀਤੇ ਸਨ। ਹੁਣ ਪਰਦੇ ਦੀ ਪ੍ਰਥਾ ਆਮ ਤੌਰ ਦੇ ਉੱਤੇ ਜਿੰਨੀਆਂ ਵੀ ਬੀਬੀਆਂ ਸਨ, ਇਸਤਰੀਆਂ ਸਨ, ਗੁਰੂ ਦੇ ਦਰ ਦੇ ਉੱਤੇ ਘੁੰਡ ਕੱਢ ਕੇ ਆਇਆ ਕਰਦੀਆਂ ਕਿ ਤਾਂ ਕਿ ਗੁਰੂ ਦੇ ਦਰ ਦੇ ਉੱਤੇ ਆਣ ਕੇ ਕੋਈ ਦੇਖੇ ਨਾ ਕੋਈ। ਸਾਹਿਬਾਂ ਨੇ ਉਸ ਸਮੇਂ ਪਰਦੇ ਦੀ ਪ੍ਰਥਾ ਨੂੰ ਖਤਮ ਕੀਤਾ। ਉਹਦੇ ਨਾਲ ਨਾਲ ਇਸਤਰੀ ਜਾਤੀ ਨੂੰ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਆਉਣ ਵਾਸਤੇ ਜਦੋਂ ਪਰਦੇ ਦੀ ਪ੍ਰਥਾ ਖਤਮ ਕੀਤੀ, ਤੇ ਸਦੀਆਂ ਤੋਂ ਚੱਲੀ ਆ ਰਹੀ ਸੀ ਇੱਕ ਸਤੀ ਪ੍ਰਥਾ। ਸਾਹਿਬਾਂ ਨੇ ਸਤੀ ਪ੍ਰਥਾ ਵੀ ਖਾਲਸੇ, ਕਿਉਂਕਿ ਸਾਹਿਬਾਂ ਨੇ ਖਾਲਸੇ ਪੰਥ ਦਾ ਨਿਰਮਾਣ ਕਰ ਰਹੇ ਨੇ, ਇਹਦੇ ਵਿੱਚ ਜਿੰਨੀਆਂ ਵੀ ਊਣਤਾਈਆਂ ਨੇ ਉਹਨਾਂ ਨੂੰ ਖਤਮ ਕਰਕੇ ਇੱਕ ਐਸੇ ਪੱਧਰ ਦੇ ਉੱਤੇ ਲਿਜਾਣਾ ਸੀ ਜਿਹਦੇ ਵਿੱਚ ਖਾਲਸਾ ਮੇਰਾ ਰੂਪ ਹੈ ਖਾਸ ਵਾਲੀ ਉਹ ਅਵਸਥਾ ਬਣ ਸਕੇ। ਸਾਹਿਬਾਂ ਨੇ ਜਦੋਂ ਸਤੀ ਪ੍ਰਥਾ ਨੂੰ ਖਤਮ ਕਰਨ ਦਾ ਗੱਲ ਕੀਤੀ, ਤੇ ਨਾਲ ਹੀ ਸਾਹਿਬਾਂ ਨੇ ਇਸ ਸਾਰੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਾਸਤੇ ਸਾਹਿਬਾਂ ਨੇ 22 ਮੰਜੀਆਂ ਤੇ 52 ਪੀੜ੍ਹੇ ਵੀ ਸਥਾਪਿਤ ਕੀਤੇ। ਵੱਖ-ਵੱਖ ਥਾਵਾਂ ਦੇ ਉੱਤੇ, ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕਰਕੇ, ਵੱਖ-ਵੱਖ ਇਲਾਕਿਆਂ ਦੇ ਵਿੱਚ ਪ੍ਰਚਾਰਨ ਦੇ ਵਾਸਤੇ ਇਹਨਾਂ 22 ਮੰਜੀਆਂ ਤੇ 52 ਪੀੜ੍ਹਿਆਂ ਦੀ ਸਥਾਪਨਾ ਕੀਤੀ ਸੀ। ਜਦੋਂ ਇਸ ਸਥਾਪਨਾ ਦੇ ਸਦਕਾ ਪ੍ਰਚਾਰ ਪ੍ਰਸਾਰ ਵੱਧਦਾ ਗਿਆ, ਇੱਥੋਂ ਤੱਕ ਕਿ ਦੂਰ ਦੂਰ ਤੱਕ ਕਾਬਲ ਕੰਧਾਰ ਤੱਕ ਗੁਰੂ ਨਾਨਕ ਦੇ ਧਰਮ ਦਾ ਪ੍ਰਚਾਰ ਪ੍ਰਸਾਰ ਹੋਇਆ। ਵੱਖ-ਵੱਖ ਇਲਾਕਿਆਂ ਦੇ ਵਿੱਚ, ਵੱਖ-ਵੱਖ ਦੇਸ਼ਾਂ ਦੇ ਵਿੱਚ ਜਦੋਂ ਇਹ ਸਿਧਾਂਤ ਲੋਕਾਂ ਨੂੰ ਪਤਾ ਲੱਗੇ ਕਿ ਉਹ ਇੱਕ ਐਸੀ ਥਾਂ ਹੈ, ਗੁਰੂ ਨਾਨਕ ਦਾ ਇੱਕ ਐਸਾ ਧਰਮ ਹੈ ਜਿਸ ਧਰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਊਚ ਨੀਚ, ਜਾਤ ਪਾਤ, ਭਿੰਨ ਭੇਦ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਕਰਣ ਨਹੀਂ ਹੈ, ਤੇ ਸਾਹਿਬਾਂ ਦੇ ਦਰ ਦੇ ਉੱਤੇ ਲੋਕੀ ਵੱਧ ਚੜ੍ਹ ਕੇ ਆਉਣ ਲੱਗ ਪਏ। ਹੁਣ ਜਦੋਂ ਇਹ ਸੰਗਤਾਂ ਵੱਧ ਚੜ੍ਹ ਕੇ ਆਉਣੀਆਂ ਸ਼ੁਰੂ ਹੋਈਆਂ ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਸਮਾਂ ਆਇਆ, ਉੱਥੇ ਫਿਰ
ਵੱਡੇ ਪੱਧਰ ਦੇ ਉੱਤੇ ਇਹ ਪ੍ਰਕਰਣ ਸ਼ੁਰੂ ਹੋਇਆ, ਕਿਉਂਕਿ ਹੁਣ ਬੌਲੀ ਦੇ ਨਾਲ ਸੰਗਤ ਬਹੁਤਾਤ ਦੇ ਵਿੱਚ ਜਦੋਂ ਆਉਣੀ ਸ਼ੁਰੂ ਹੋਈ, ਅੰਮ੍ਰਿਤਸਰ ਦਾ ਨਗਰ ਵਸਾਇਆ ਤੇ ਨਗਰ ਵਸਾਉਂਦਿਆਂ ਸਾਰ ਹੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਇੱਥੇ 52 ਕਿੱਤੇਕਾਰਾਂ ਦੀ ਸਥਾਪਨਾ ਕੀਤੀ ਤੇ ਨਾਲ ਸਥਾਪਨਾ ਕਰਦਿਆਂ ਹੋਇਆਂ ਲੋਕਾਈ ਦੇ ਵਿੱਚ ਚਾਰੇ ਪਾਸੇ ਲੋਕਾਂ ਨੂੰ ਜਦੋਂ ਪਤਾ ਲੱਗਾ, ਲੋਕ ਦੂਰੋਂ ਦੁਰਾਡਿਆਂ ਤੋਂ ਆਉਣ ਲੱਗ ਪਏ। ਸਾਹਿਬਾਂ ਨੇ ਇੱਥੇ ਸਰੋਵਰ ਬਣਾਉਣਾ ਕੀਤੇ, ਸਰੋਵਰਾਂ ਦੇ ਵਿੱਚ ਇਸ਼ਨਾਨ ਕਰਨੇ ਭਾਵੇਂ ਕਿ ਸਰੀਰਕ ਤੌਰ ਦੇ ਉੱਤੇ ਸ਼ੁੱਧੀਕਰਨ ਵਾਸਤੇ ਵੀ ਜੋ ਕਿ ਸਰੋਵਰ ਬਣਵਾਏ ਤਾਂ ਕਿ ਇਸ਼ਨਾਨ ਕੀਤੇ ਜਾਣ ਤੇ ਪ੍ਰਸ਼ਾਦਾ ਛਕਿਆ ਜਾਵੇ, ਗੁਰੂ ਦੇ ਲੰਗਰ ਛਕੇ ਜਾਣ ਤੇ ਇੱਥੇ ਆਤਮਿਕ ਤੌਰ ਦੇ ਉੱਤੇ ਤੇ ਸਰੀਰਕ ਤੌਰ ਦੇ ਉੱਤੇ ਸ਼ੁੱਧੀਕਰਨ ਹੋ ਸਕੇ। ਸਾਹਿਬਾਂ ਨੇ ਗੁਰਮਤਿ ਤੇ ਪ੍ਰਚਾਰ ਤੇ ਪ੍ਰਸਾਰ ਦੇ ਵੱਲ ਹੋਰ ਵੱਧ ਤਰੀਕੇ ਦੇ ਨਾਲ, ਵਧੀਆ ਤਰੀਕੇ ਨਾਲ, ਵਧੀਆ ਢੰਗ ਦੇ ਨਾਲ ਗੁਰਦੇਵ ਪਾਤਸ਼ਾਹ ਨੇ ਵੱਖ-ਵੱਖ ਰੂਪਾਂ ਦੇ ਵਿੱਚ ਸਾਹਿਬਾਂ ਨੇ ਇੱਕ ਪ੍ਰਕਰਣ ਕੀਤਾ। ਦੇਖੋ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਹੁਣ ਤੱਕ ਅਸੀਂ ਗੁਰੂ ਰਾਮਦਾਸ ਜੀ ਤੱਕ ਵਿਚਾਰਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੱਕ ਤੇ ਅਖੀਰ ਤੱਕ ਸਾਹਿਬਾਂ ਨੇ ਗੁਰਬਾਣੀ ਨੂੰ ਪ੍ਰਚਾਰਨ, ਗਾਉਣ, ਲਿਖਣ ਦੇ ਨਾਲ ਸਾਰੇ ਸੰਕਲਪ ਨਾਲ ਹੀ ਚੱਲੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਰਬਾਬ ਲੈ ਕੇ ਜੋ ਕੀਰਤਨ ਕਰਿਆ ਕਰਦੇ ਸਨ, ਧੰਨ ਗੁਰੂ ਰਾਮਦਾਸ ਦੇ ਦਰ 'ਤੇ ਵੀ ਕੀਰਤਨ ਦਾ ਪ੍ਰਕਰਣ ਉਸੇ ਤਰ੍ਹਾਂ ਚੱਲਦਾ ਰਿਹਾ। ਸਮਾਂ ਆਇਆ, ਗੁਰੂ ਰਾਮਦਾਸ ਦੇ ਘਰ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਦੋਂ ਪੈਦਾ ਹੋਏ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ। ਹੁਣ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਵਿੱਚ ਇੱਕ ਵੱਖਰੇ ਰੂਪ ਦੇ ਅੰਦਰ ਇੱਕ ਨਵਾਂ ਪ੍ਰਕਰਣ ਸ਼ੁਰੂਆਤ ਹੋਈ। ਸਭ ਤੋਂ ਵੱਡਾ ਜਿਹੜਾ ਕਾਰਜ ਸੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵੱਡਿਆਂ ਮਹਾਂਪੁਰਖਾਂ ਦੀ ਭਾਵ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੱਕ ਤੇ ਆਪਣੀ ਬਾਣੀ ਤੇ ਭਗਤ ਸਾਹਿਬਾਨਾਂ ਦੀ ਬਾਣੀ, ਇਹ ਸਾਰੀ ਜਾਂ ਭੱਟ ਸਾਹਿਬਾਨਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਇੱਕ ਵੱਖਰੇ ਰੂਪ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜੋ ਸਵਰੂਪ ਸੀ ਉਹ ਤਿਆਰ ਕਰਵਾਇਆ। ਹਰਿਮੰਦਰ ਸਾਹਿਬ ਨੂੰ ਤਿਆਰ ਕਰਵਾਉਣਾ ਕੀਤਾ, ਜਿੱਥੇ ਬਾਹਰੀ ਤੌਰ ਦੇ ਉੱਤੇ ਸਰੀਰਕ ਸ਼ੁੱਧੀਕਰਨ ਵਾਸਤੇ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਜਾਂਦਾ ਤੇ ਆਤਮਿਕ ਸ਼ੁੱਧੀਕਰਨ ਵਾਸਤੇ ਗੁਰਬਾਣੀ ਦਾ ਕੀਰਤਨ ਹਰਿਮੰਦਰ ਸਾਹਿਬ ਵਿਖੇ ਹੁੰਦਾ। ਹਰਿਮੰਦਰ ਸਾਹਿਬ ਦੀ ਧਰਤੀ ਦੇ ਉੱਤੇ ਰੱਬੀ ਧੁਨਾਂ ਗੂੰਜਣੀਆਂ ਸ਼ੁਰੂ ਹੋਈਆਂ। ਪਰਮਾਤਮਾ ਦੀ ਬਾਣੀ, ਪਰਮਾਤਮਾ ਦੀ ਉਸਤਤ ਵਡਿਆਈ ਇੱਥੇ ਹੋਣੀ ਸ਼ੁਰੂ ਹੋਈ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਰੋਜ਼ਾਨਾ ਪ੍ਰਕਾਸ਼ ਹੋਣਾ ਸ਼ੁਰੂ ਹੋਇਆ, ਕੀਰਤਨ ਸ਼ੁਰੂ ਹੋਇਆ ਤੇ ਕੀਰਤਨ ਕਥਾ ਸ਼ੁਰੂ ਹੋਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਿਸ ਸਮੇਂ ਕਿਤੇ ਬਾਹਰ ਜਾਂਦੇ ਤੇ ਉਹਨਾਂ ਤੋਂ ਮਗਰੋਂ ਧੰਨ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਉਹ ਸੇਵਾ ਸੰਭਾਲ ਵੱਖ-ਵੱਖ ਰੂਪਾਂ ਦੇ ਵਿੱਚ ਕਰਦੇ। ਹੁਣ ਇਹਦੇ ਨਾਲ ਸਭ ਤੋਂ ਵੱਡੇ ਜਿੱਥੇ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ, ਇਹ ਪ੍ਰਕਰਣਾਂ ਦੇ ਵਿੱਚ ਮੁੱਖ ਪ੍ਰਕਰਣ ਰਹੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਖਾਲਸੇ ਪੰਥ ਨੂੰ ਦੇਣਾ ਕੀਤੇ। ਉੱਥੇ ਨਾਲ ਜਿਸ ਸਮੇਂ ਲਾਹੌਰ ਦੀ ਧਰਤੀ ਦੇ ਉੱਤੇ ਉੱਥੇ ਰੋਗੀ ਸਨ, ਕਾਲ ਪਿਆ ਸੀ, ਰੋਗੀਆਂ ਨੂੰ ਦੁਆ ਦੇ ਕੇ, ਦਾਰੂ ਦੇ ਕੇ ਠੀਕ ਕੀਤਾ। ਉਹ ਪ੍ਰਕਰਣ ਲਿਆ ਕੇ ਤਰਨ ਤਾਰਨ ਸਾਹਿਬ ਦੀ ਧਰਤੀ ਦੇ ਉੱਤੇ ਪਹਿਲਾ ਦੁਨੀਆ ਦਾ ਕੋੜੀ ਘਰ ਬਣਿਆ। ਇੱਥੋਂ ਤੱਕ ਕਹਿਣ ਤੋਂ ਭਾਵ ਕਿ ਧਰਮਸ਼ਾਲਾ ਦੇ ਅੰਦਰ ਜਿੱਥੇ ਲੰਗਰ ਹੋਵੇ, ਜਿੱਥੇ ਸੰਗਤ ਹੋਵੇ, ਜਿੱਥੇ ਐਜੂਕੇਸ਼ਨ ਹੋਵੇ, ਉਹਦੇ ਨਾਲ ਸਾਹਿਬਾਂ ਨੇ ਮੈਡੀਕਲ ਦੀ ਸਹੂਲਤ ਵੀ ਦੇਣੀ ਸ਼ੁਰੂਆਤ ਕੀਤੀ ਕਿ ਖਾਲਸੇ ਗੁਰੂ ਘਰਾਂ ਦੇ ਅੰਦਰ, ਧਰਮਸ਼ਾਲਾਵਾਂ ਦੇ ਅੰਦਰ, ਗੁਰਦੁਆਰਿਆਂ ਦੇ ਅੰਦਰ ਮੈਡੀਕਲ ਦੀ ਸਹੂਲਤ ਵੀ ਬਹੁਤ ਜ਼ਰੂਰੀ ਹੈ। ਦੁਨੀਆ ਦਾ ਪਹਿਲਾ ਕੋੜੀ ਘਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਤਰਨ ਤਾਰਨ ਦੀ ਧਰਤੀ ਦੇ ਉੱਤੇ ਸਥਾਪਿਤ ਕਰਕੇ ਇੱਕ ਨਵੀਂ ਪੈੜ ਪਾ ਦਿੱਤੀ, ਕਿਉਂਕਿ ਬਹੁਤੇ ਧਰਮਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਸਨ। ਜਿਹੜੇ ਸਿਧਾਂਤ ਗੁਰੂ ਪਾਤਸ਼ਾਹ ਦੇ ਰਹੇ ਸਨ, ਇਹ ਕਿਸੇ ਵੀ ਧਰਮ ਦੇ ਵਿੱਚ, ਨਵੇਂ ਧਰਮ ਜਾਂ ਪੁਰਾਣੇ ਧਰਮ ਦੇ ਵਿੱਚ ਇਹ ਸਾਰੇ ਸੰਕਲਪ ਨਹੀਂ ਸਨ। ਸਾਹਿਬਾਂ ਨੇ ਇਹ ਵੀ ਸੰਕਲਪ ਤਰਨ ਤਾਰਨ ਦੀ ਧਰਤੀ ਦੇ ਉੱਤੇ ਰੱਖਿਆ। ਹੁਣ ਸਮਾਂ ਗੁਜ਼ਰਿਆ, ਜਿਸ ਸਮੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ। ਸ਼ਹਾਦਤ ਤੋਂ ਕੁਝ ਦਿਨ ਪਹਿਲਾਂ ਹੀ ਗੁਰਦੇਵ ਪਾਤਸ਼ਾਹ ਆਪਣੀ ਗੁਰਿਆਈ, ਆਪਣੇ ਦਸਤਾਰ ਜੋ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਦੇ ਕੇ ਗਏ ਸਨ। ਹੁਣ ਪਹਿਲਾ ਸਹਿਜ ਪਾਠ ਜਿਹੜਾ ਸੀ ਹਰਿਮੰਦਰ ਸਾਹਿਬ ਵਿਖੇ, ਜਿਸ ਸਮੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸ਼ਹੀਦ ਹੁੰਦੇ ਨੇ, ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ
ਸਾਹਿਬਾਂ ਨੇ ਪਹਿਲਾ ਹਰਿਮੰਦਰ ਸਾਹਿਬ ਵਿਖੇ ਸਹਿਜ ਪਾਠ ਪੁਰਾਤਨ ਗ੍ਰੰਥਾਂ ਅਨੁਸਾਰ ਸਹਿਜ ਪਾਠ ਦੀ ਆਰੰਭਤਾ ਹੋਈ। ਜਿਸ ਦਿਨ 10ਵੇਂ ਵਾਲੇ ਦਿਨ ਭੋਗ ਪਿਆ, ਉਸ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ 2 ਤਲਵਾਰਾਂ ਪਹਿਨਾਈਆਂ ਗਈਆਂ। ਧੰਨ ਬਾਬਾ ਬੁੱਢਾ ਜੀ ਨੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨਾ ਦਿੱਤੀਆਂ। ਉਸ ਦਿਨ ਤੋਂ ਧਰਮ ਤੇ ਰਾਜਨੀਤੀ ਦਾ ਸੰਕਲਪ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸ਼ੁਰੂਆਤ ਕੀਤਾ। ਧਰਮ ਦੇ ਤੌਰ ਦੇ ਉੱਤੇ ਤੇ ਵਿਚਰਦੇ ਪਏ ਸਨ ਤੇ ਨਾਲ ਰਾਜਨੀਤੀ ਦੇ ਤੌਰ ਦੇ ਉੱਤੇ ਸਾਹਿਬ ਵਿਚਰਨ ਦੀ ਸ਼ੁਰੂਆਤ ਜਦੋਂ ਕੀਤੀ ਤੇ ਸਭ ਤੋਂ ਪਹਿਲਾਂ ਹੀ ਜਿਸ ਸਮੇਂ ਅਕਾਲ ਤਖਤ ਦੀ ਸਿਰਜਣਾ ਕੀਤੀ ਤੇ ਪਹਿਲਾ ਹੁਕਮਨਾਮਾ ਜਾਰੀ ਕੀਤਾ, ਜਬ ਹਮਰੇ ਦਰਸ਼ਨ ਕੋ ਆਓ ਬਨ ਸੁਚੇਤ ਵਾਂ ਸ਼ਸਤਰ ਸਜਾਓ, ਕਿ ਮੇਰੇ ਕੋਲ ਜਿਹੜੇ ਵੀ ਗੁਰਸਿੱਖ ਆ ਰਹੇ ਨੇ ਸਭ ਤੋਂ ਪਹਿਲਾਂ ਜਾਂ ਤੇ ਗੁਰੂ ਦਾ ਦਰ ਦੇ ਉੱਤੇ ਜਵਾਨੀਆਂ ਭੇਟ ਕਰੋ, ਵਧੀਆ ਤੋਂ ਵਧੀਆ ਘੋੜੇ, ਵਧੀਆ ਤੋਂ ਵਧੀਆ ਸ਼ਸਤਰ ਭੇਟਾ ਕਰਨ ਵਾਸਤੇ ਆਓ। ਤੇ ਜਦੋਂ ਇਹ ਗੱਲ ਸੁਣੀ ਤੇ ਸਿੱਖ ਸੰਗਤਾਂ ਨੌਜਵਾਨ ਤਿਆਰ ਬਰ ਤਿਆਰ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰ ਦੇ ਉੱਤੇ ਆਉਣੇ ਸ਼ੁਰੂ ਹੋਏ, ਕਿਉਂਕਿ ਕਨਸੈਪਟ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਮਾਲਕ ਅਖਾੜਿਆਂ ਦੇ ਵਿੱਚੋਂ ਦੇ ਦੇਣਾ ਕੀਤਾ ਸੀ ਕਿ ਮੇਰੇ ਗੁਰਸਿੱਖ ਵਧੀਆ ਤਰੀਕੇ ਨਾਲ ਵਧੀਆ ਘੋੜਸਵਾਰ ਹੋਣ, ਵਧੀਆ ਤੀਰ ਅੰਦਾਜ਼ ਹੋਣ। ਹੁਣ ਦੇਖੋ, ਜੇਕਰ ਅਸੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਗੱਲ ਕਰਦੇ ਹਾਂ, ਗੁਰੂ ਘਰ ਦੇ ਵਿੱਚ ਸਭ ਤੋਂ ਪਹਿਲੇ ਗੁਰੂ ਜਨਮੇ ਸਨ ਤੇ ਜਨਮ ਲੈ ਕੇ ਧੰਨ ਗੁਰੂ ਰਾਮਦਾਸ ਜੀ ਦੇ ਘਰ ਵਿਖੇ ਜਨਮੇ ਸਨ। ਜਦੋਂ ਉਹਨਾਂ ਦੇ ਵਿਆਹ ਦੀ ਗੱਲ ਆਉਂਦੀ ਹੈ ਤੇ ਮਾਊ ਪਿੰਡ ਵਿਖੇ ਜਦੋਂ ਉਹ ਵਿਆਹਣ ਜਾਂਦੇ ਨੇ ਤੇ ਉਹਨਾਂ ਨੂੰ ਇੱਕ ਜੰਡ ਦੇ ਦਰਖਤ ਨੂੰ ਉੱਤੋਂ ਘੜ ਕੇ ਕਿੱਲੇ ਦੇ ਰੂਪ 'ਚ ਦਿੱਤਾ ਜਾਂਦਾ ਹੈ ਤੇ ਉਹਨਾਂ ਨੇ ਆਖਿਆ ਕਿ ਇਹ ਦਰਖਤ ਜੇ ਇੰਨੇ ਘੋੜ ਸਵਾਰ ਨੇ ਜਾਂ ਇੰਨੇ ਮਹਾਬਲੀ ਆ ਤੇ ਇਹ ਕਿੱਲੇ ਨੂੰ ਪੁੱਟ ਕੇ ਦਿਖਾਉਣ। ਤੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਘੋੜ ਸਵਾਰ ਹੁੰਦਿਆਂ, ਘੋੜੇ ਦੇ ਸਵਾਰੀ ਕਰਦਿਆਂ ਹੋਇਆਂ ਇੰਨੇ ਕੁ ਜ਼ੋਰ ਦੇ ਨਾਲ ਆਣ ਕੇ ਨੇਜਾ ਜੜ੍ਹਾਂ ਦੇ ਵਿੱਚ ਮਾਰਿਆ ਕਿ ਜੜ ਸਮੇਤ ਹੀ ਉਹ ਜੰਡ ਦਾ ਬੂਟਾ ਪੁੱਟ ਕੇ ਰੱਖ ਦਿੱਤਾ। ਕਹਿਣ ਤੋਂ ਭਾਵ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇੰਨੇ ਕੁ ਘੋੜ ਸਵਾਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਨ, ਇੰਨੇ ਕੁ ਮਹਾਬਲੀ ਸਨ। ਹੁਣ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਦੋਂ ਤਖਤ ਦੇ ਉੱਤੇ ਬੈਠੇ ਤੇ ਉੱਥੇ ਨਾਲ ਜਦੋਂ ਸੂਰਮੇ ਆਏ, ਉਹਨਾਂ ਨੂੰ ਢਾਡੀ ਵਾਰਾਂ ਵੀ ਜਦੋਂ ਦੇਣੀਆਂ ਕੀਤੀਆਂ ਨੱਥੇ ਤੇ ਅਬਦੁੱਲੇ ਨੂੰ, ਉਹਨਾਂ ਨੇ ਢਾਡੀ ਵਾਰਾਂ ਦੇ ਰੂਪ ਦੇ ਵਿੱਚ ਆਖਿਆ ਕਿ ਇਹਨਾਂ ਦੇ ਸਿੰਘਾਂ ਦੇ ਵਿੱਚ ਜੋਸ਼ ਭਰਨ ਦੇ ਵਾਸਤੇ ਇਹ ਪ੍ਰਕਰਣ ਵੀ ਜ਼ਰੂਰੀ ਹੈ। ਉਹਨਾਂ ਨੇ ਉੱਥੇ ਰੋਜ਼ਾਨਾ ਸ਼ਿਕਾਰ ਖੇਡਣ ਵਾਸਤੇ ਜਾਣਾ, ਰੋਜ਼ਾਨਾ ਉਹਨੂੰ ਭਗਤੀ ਤੇ ਨਾਲ ਨਾਲ ਸ਼ਕਤੀ ਵੀ ਸਾਹਿਬਾਂ ਨੇ ਪੂਰਨ ਤੌਰ ਦੇ ਉੱਤੇ ਇਹਨਾਂ ਨੂੰ ਦੇਣਾ ਕੀਤੀ। ਸਿੱਖ ਸੰਕਲਪ ਦੇ ਵਿੱਚ ਸਾਹਿਬਾਂ ਨੇ ਗੁਰਧਾਮ ਦੇ ਅੰਦਰ ਅਕਾਲ ਤਖਤ ਦੀ ਸਿਰਜਣਾ ਕੀਤੀ, ਕਿਉਂਕਿ ਉਸ ਸਮੇਂ ਇਸਲਾਮ ਧਰਮ ਦੇ 5 ਤਖਤ ਸਨ, ਲੇਕਿਨ 5 ਤਖਤਾਂ ਤੋਂ ਉੱਚਾ ਤਖਤ ਸ਼੍ਰੀ ਅਕਾਲ ਤਖਤ ਸਾਹਿਬ 1.5 ਵਰਸ਼ਾ ਉੱਚਾ, 1.5 ਫੁੱਟ ਉੱਚਾ ਦਿੱਲੀ ਦੇ ਤਖਤ ਦੇ ਨਾਲੋਂ ਅਕਾਲ ਤਖਤ ਦੀ ਸਿਰਜਣਾ ਕਰ ਦਿੱਤੀ ਸੀ। ਖਾਲਸਾ ਪੰਥ ਦੀ ਸਿਰਜਣਾ ਤੱਕ ਇਹ ਕਨਸੈਪਟ ਨਾਲ ਨਾਲ ਚੱਲਦੇ ਪਏ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜੰਗਾਂ ਵੀ ਲੜੀਆਂ, 4 ਜੰਗਾਂ ਲੜੀਆਂ, 4 ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਹੋਈ। ਸਮਾਂ ਆਇਆ ਅੱਗੇ ਤੁਰਦਿਆਂ ਹੋਇਆਂ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਨੂੰ ਜਦੋਂ ਗੁਰਿਆਈ ਦੇ ਉੱਤੇ ਬਿਠਾਉਣਾ ਕੀਤਾ, 7ਵੇਂ ਪਾਤਸ਼ਾਹ ਨੇ ਵੀ ਨਾਲ ਨਾਲ ਜਿੱਥੇ ਮਹਾਬਲੀ ਸਨ ਉੱਥੇ ਉਹਨਾਂ ਨੇ ਨਾਲ ਨਾਲ ਮੈਡੀਕਲ ਦੀ ਸਹੂਲਤ ਵੀ ਦਿੱਤੀ ਤੇ ਨਾਲ ਨਾਲ ਉਹਨਾਂ ਨੇ ਕੀਰਤਪੁਰ ਸਾਹਿਬ ਵਿਖੇ ਬਾਗ ਵੀ ਬਣਾਉਣਾ ਕੀਤਾ। 7ਵੇਂ ਪਾਤਸ਼ਾਹ ਦੇ ਸਮੇਂ ਦੇ ਨਾਲ ਫਿਰ 8ਵੇਂ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦਿੱਲੀ ਦੀ ਧਰਤੀ ਦੇ ਉੱਤੇ ਜਾ ਕੇ ਰੋਗੀਆਂ ਨੂੰ ਰੋਗ ਨਿਵਰਤ ਕੀਤੇ। ਇੱਥੋਂ ਤੱਕ ਚੇਚਕ ਦਾ ਰੋਗ ਦਿੱਲੀ ਵਿੱਚ ਫੈਲਿਆ ਸੀ, ਉਹਨਾਂ ਨਾਲ ਚੇਚਕ ਦਾ ਰੋਗ ਤੱਕ ਨਿਵਰਤ ਕੀਤੇ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪ੍ਰਚਾਰ ਪ੍ਰਸਾਰ ਕੀਤਾ, ਰਾਜਿਆਂ ਦੀਆਂ ਸੁਲ੍ਹਾਂ ਸਫਾਈਆਂ ਤੱਕ ਕੀਤੀਆਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਮਾਂ ਆਇਆ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭਗਤੀ ਦੇ ਨਾਲ ਸ਼ਕਤੀ ਨੂੰ ਇੰਨੇ ਕੁ ਤੌਰ ਦੇ ਉੱਤੇ ਵਿਸਥਾਰ ਕੀਤੇ ਕਿ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਇੱਥੋਂ ਤੱਕ ਨਗਾਰਿਆਂ ਦੀ ਗੂੰਜ ਦੇ ਉੱਤੇ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਨਗਾਰੇ ਗੂੰਜਣੇ ਸ਼ੁਰੂ ਕੀਤੇ, ਸੰਗਤਾਂ ਆਉਣੀਆਂ ਸ਼ੁਰੂ ਹੋਈਆਂ। ਇੱਥੋਂ ਤੱਕ ਸਾਹਿਬਾਂ ਨੇ 14 ਜੰਗਾਂ ਵੀ ਲੜੀਆਂ, 14 ਜੰਗਾਂ ਜਿੱਤ ਵੀ ਪ੍ਰਾਪਤ ਕੀਤੇ। ਸਾਹਿਬਾਂ ਨੇ ਖਾਲਸੇ ਪੰਥ ਦੀ ਜਦੋਂ 30 ਮਾਰਚ 1699 ਦੀ ਵਿਸਾਖੀ ਵਾਲੇ ਦਿਨ ਸਾਹਿਬਾਂ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਤੇ ਸਿਰਜਣਾ ਕਰਦਿਆਂ ਹੋਇਆਂ ਇਹੀ ਗੱਲ ਆਖ ਦੇਣਾ ਕੀਤੀ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੂੰ ਕਰੂੰ ਨਿਵਾਸ। ਆਪਣਾ ਧੀਆਂ ਪੁੱਤ ਬਣਾ ਕੇ ਸਾਹਿਬਾਂ ਨੇ ਖਾਲਸੇ ਦੀ ਸਿਰਜਣਾ ਕੀਤੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਸੰਕਲਪ ਦੇਣਾ ਕੀਤੇ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ 10 ਜਾਮਿਆਂ ਤੱਕ ਜੋ ਸੰਕਲਪ ਦਿੱਤੇ, ਉਹ ਸੰਕਲਪ ਸਾਹਿਬਾਂ ਨੇ
ਖਾਲਸੇ ਦੀ ਸਿਰਜਣਾ ਦਿਵਸਾਂ ਵਾਲੇ ਦਿਨ ਵਿਸਾਖੀ ਤੱਕ ਸਾਹਿਬਾਂ ਨੇ ਆਪਣੇ ਖਾਲਸੇ ਪੰਥ ਦੇ ਵਿੱਚ ਗੁਰਸਿੱਖਾਂ ਦੇ ਵਿੱਚ ਜੀਵਤ ਕਰਨ ਦੇ ਵਾਸਤੇ ਇਹ ਸਾਰੇ ਸੰਕਲਪ ਵੱਖ-ਵੱਖ ਸੰਦਰਭਾਂ ਦੇ ਰਾਹੀਂ ਖਾਲਸੇ ਪੰਥ ਨੂੰ ਦੇਣਾ ਕੀਤੇ। ਕੱਲਾ ਪੰਜ ਕਕਾਰੀ ਹੋਣ ਦੇ ਨਾਲ ਹੀ ਨਹੀਂ ਗੱਲ ਬਣਨੀ, ਕੱਲੇ ਗੁਰੂ ਧਾਮਾਂ ਨੂੰ ਬਣਾਉਣ ਦੀ ਗੱਲ ਨਹੀਂ ਬਣਨੀ। ਗੁਰਦੁਆਰਿਆਂ ਦੇ ਅੰਦਰ ਜਿਹੜੇ ਸੰਕਲਪ ਗੁਰੂ ਸਾਹਿਬਾਨਾਂ ਦੇ ਦੇਣਾ ਕੀਤੇ ਆ, ਉਹਨਾਂ ਸੰਕਲਪਾਂ ਨੂੰ ਸਾਨੂੰ ਆਪਣੇ ਜੀਵਨ ਦੇ ਵਿੱਚ ਲਿਆਉਣਾ ਵੀ ਪਵੇਗਾ, ਮੰਨਣਾ ਵੀ ਪਵੇਗਾ, ਤਾਂ ਜਾ ਕੇ ਅਸੀਂ ਖਾਲਸੇ ਦੇ ਵਾਸੀ ਹੋ ਸਕਣਾ ਹੈ, ਤਾਂ ਜਾ ਕੇ ਸਾਡੀ ਮਨਾਈ ਹੋਈ ਵਿਸਾਖੀ ਦਾ ਦਿਹਾੜਾ ਸਾਡੇ ਜੀਵਨ ਦੇ ਅੰਦਰ ਸ਼ੋਭਨੀਕ ਹੋਏਗਾ। ਸੱਚੇ ਪਾਤਸ਼ਾਹ ਰਹਿਮਤ ਕਰਨ। ਕਹੇ ਹੋਏ ਸੁਣੇ ਹੋਏ ਬੋਲਾਂ ਦੇ ਵਿੱਚ ਗੁਰਬਾਣੀ, ਗੁਰਮਤਿ, ਗੁਰ ਇਤਿਹਾਸ ਦੀਆਂ ਵਿਚਾਰਿਆ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੁੰਦੀਆਂ ਨੇ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।